ਅੱਜ ਆਓ ਅਸੀਂ ਪਰਮੇਸ਼ਰ ਦਾ ਔਖਾ ਮਨ ਨਾਮਕ ਉਪਦੇਸ਼ ਦਾ ਅਧਿਐਨ ਕਰਨ ਦਾ ਕੁਝ ਸਮਾਂ ਲਈਏ। ਆਓ ਅਸੀਂ ਬਾਈਬਲ ਦੇ ਦੁਆਰਾ ਸਮਝੀਏ ਕਿ ਪਰਮੇਸ਼ਰ ਦਾ ਮਨ ਸਾਡੇ ਲਈ ਕਿੰਨਾ ਦੁਖਿਤ ਅਤੇ ਚਿੰਤਿਤ ਹੈ। ਸਭ ਤੋਂ ਪਹਿਲਾਂ ਆਓ ਅਸੀਂ ਲੂਕਾ ਦੀ ਪੁਸਤਕ ਅਧਿਆਇ 12 ਵਚਨ 49 ਦੇਖੀਏ। ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ ਅਤੇ ਕਾਸ਼ ਕਿ ਉਹ ਹੁਣ ਲੱਗ ਚੁੱਕੀ ਹੋਈ ਹੁੰਦੀ, ਪਰ ਮੈਂ ਇੱਕ ਬਪਤਿਸਮਾ ਲੈਣਾ ਹੈ ਅਤੇ ਜਦ ਤਿੱਕਰ ਉਹ ਸੰਪੂਰਨ ਨਾ ਹੋਵੇ ਤਦ ਤਿੱਕਰ ਮੈਂ ਕਿਹੜਾ ਔਖਾ ਰਹਾਂਗਾ। ਜਿਵੇਂ ਕਿ ਇਸ ਵਚਨ ਵਿੱਚ ਦਿਖਾਇਆ ਗਿਆ ਹੈ, ਪਰਮੇਸ਼ਰ ਨੇ ਖੁਸ਼ਖਬਰੀ ਦੇ ਕੰਮ ਦੇ ਪੂਰਾ ਹੋਣ ਦੀ ਉਡੀਕ ਕਰਦੇ ਹੋਏ ਆਪਣੇ ਦੁਖੀ ਮਨ ਨੂੰ ਪ੍ਰਗਟ ਕੀਤਾ। ਜਦੋਂ ਪਰਮੇਸ਼ਰ ਨੇ ਕਿਹਾ ਮੈਂ ਕਿਹੜਾ ਔਖਾ ਰਹਾਂਗਾ, ਫਿਰ ਅਸੀਂ ਸਮਝ ਸਕਦੇ ਹਾਂ ਕਿ ਮਨੁੱਖ ਜਾਤੀ ਦੀ ਮੁਕਤੀ ਬਾਰੇ ਸੋਚ ਕੇ ਉਹ ਕਿੰਨਾ ਦੁਖੀ ਤੇ ਚਿੰਤਿਤ ਰਹੇ ਹੋਣਗੇ। ਆਓ ਅਸੀਂ ਯਹੂਨਾ ਅਧਿਆਇ 10 ਵਚਨ 30 ਉੱਤੇ ਇੱਕ ਨਜ਼ਰ ਪਾਈਏ। ਮੈਂ ਅਰ ਪਿਤਾ ਇੱਕੋ ਹਾਂ। ਯਹੂਦੀਆਂ ਨੇ ਫਿਰ ਪੱਥਰ ਚੁੱਕੇ ਜੋ ਉਹਨੂੰ ਪਥਰਾਵ ਕਰਨ। ਯੀਸ਼ੂ ਨੇ ਅੱਗੋਂ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਪਿਤਾ ਦੀ ਵੱਲੋਂ ਅਨੇਕ ਚੰਗੇ ਕੰਮ ਵਿਖਾਏ, ਉਹਨਾਂ ਵਿੱਚੋਂ ਕਿਹੜੇ ਕੰਮ ਦੇ ਬਦਲੇ ਤੁਸੀਂ ਮੈਨੂੰ ਪਥਰਾਵ ਕਰਦੇ ਹੋ? ਯਹੂਦੀਆਂ ਨੇ ਉਹਨੂੰ ਉੱਤਰ ਦਿੱਤਾ ਕਿ ਅਸੀਂ ਤੈਨੂੰ ਚੰਗੇ ਕੰਮ ਪਿੱਛੇ ਪਥਰਾਵ ਨਹੀਂ ਕਰਦੇ, ਪਰ ਕੁਫਰ ਪਿੱਛੇ ਅਤੇ ਇਸ ਲਈ ਜੋ ਤੂੰ ਮਨੁੱਖ ਹੋ ਕੇ ਆਪਣੇ ਆਪ ਨੂੰ ਪਰਮੇਸ਼ਰ ਬਣਾਉਂਦਾ ਹੈ। ਯੀਸ਼ੂ ਨੂੰ ਇੱਕ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਿੱਥੇ ਯਹੂਦੀਆਂ ਨੇ ਉਹਨਾਂ ਉੱਤੇ ਪਥਰਾਅ ਕਰਨ ਦੀ ਕੋਸ਼ਿਸ਼ ਕੀਤੀ। ਯੀਸ਼ੂ ਨੇ ਗਵਾਹੀ ਦਿੱਤੀ ਕਿ ਉਹ ਪਰਮੇਸ਼ਰ ਹਨ, ਪਰ ਯਹੂਦੀਆਂ ਨੇ ਉਹਨਾਂ ਦੇ ਵਚਨਾਂ ਦਾ ਸਖਤ ਵਿਰੋਧ ਕੀਤਾ। ਯਹੂਦੀਆਂ ਨੇ ਸਰਵਸ਼ਕਤੀਮਾਨ ਪਰਮੇਸ਼ਰ ਨੂੰ ਨਹੀਂ ਪਹਿਚਾਨਿਆ ਅਤੇ ਉਹਨਾਂ ਨੂੰ ਪੱਥਰ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਠੀਕ ਉਸੇ ਤਰ੍ਹਾਂ ਇਸ ਯੁੱਗ ਵਿੱਚ ਵੀ ਸੰਸਾਰ ਵਿੱਚ ਕਈ ਲੋਕ ਹਨ ਜੋ ਸਰਵਸ਼ਕਤੀਮਾਨ ਪਰਮੇਸ਼ਰ ਨੂੰ ਨਹੀਂ ਪਹਿਚਾਨਦੇ। ਯਹੂਨਾ ਅਧਿਆਇ 10 ਵਚਨ 30 ਵਿੱਚ ਲਿਖਿਆ ਗਿਆ ਵਰਣਨ ਪਰਮੇਸ਼ਰ ਦਾ ਔਖਾ ਮਨ ਦਿਖਾਉਂਦਾ ਹੈ। ਜਦੋਂ ਪਰਮੇਸ਼ਰ ਉੱਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਨ ਵਾਲੇ ਲੋਕਾਂ ਨੇ ਸਰੀਰ ਵਿੱਚ ਆਏ ਪਰਮੇਸ਼ਰ ਦੀ ਪਵਿੱਤਰ ਮੌਜੂਦਗੀ ਨੂੰ ਸਵੀਕਾਰ ਨਹੀਂ ਕੀਤਾ, ਇਸ ਲਈ ਯੀਸ਼ੂ ਨੇ ਕਿਹਾ ਮੈਂ ਕਿਹੜਾ ਔਖਾ ਰਹਾਂਗਾ। ਇਹ ਉਹਨਾਂ ਵਰਣਨਾਂ ਵਿੱਚੋਂ ਇੱਕ ਵਰਣਨ ਹੈ ਜਿੱਥੇ ਪਰਮੇਸ਼ਰ ਉਹਨਾਂ ਲੋਕਾਂ ਦੇ ਬਾਰੇ ਵਿੱਚ ਆਪਣਾ ਦੁਖੀ ਮਨ ਵਿਖਾਉਂਦੇ ਹਨ ਜਿਨ੍ਹਾਂ ਨੇ ਸਰੀਰ ਵਿੱਚ ਆਏ ਪਰਮੇਸ਼ਰ ਨੂੰ ਨਹੀਂ ਪਹਿਚਾਨਿਆ। ਇੱਥੋਂ ਤੱਕ ਕਿ ਯੀਸ਼ੂ ਦੇ ਇੱਕ ਚੇਲੇ ਫਿਲਿਪੁਸ ਨੇ ਵੀ ਯੀਸ਼ੂ ਨੂੰ ਸਰੀਰ ਵਿੱਚ ਆਏ ਪਰਮੇਸ਼ਰ ਦੇ ਰੂਪ ਵਿੱਚ ਨਹੀਂ ਪਹਿਚਾਨਿਆ, ਜਿਸ ਕਾਰਨ ਯੀਸ਼ੂ ਦੁੱਖ ਵਿੱਚ ਰਹੇ। ਆਓ ਅਸੀਂ ਯਹੂਨਾ ਅਧਿਆਇ 14 ਵਿੱਚ ਦੇਖੀਏ ਕਿ ਯੀਸ਼ੂ ਨੇ ਫਿਲਿਪੁਸ ਨੂੰ ਕਿਵੇਂ ਉੱਤਰ ਦਿੱਤਾ। ਜਦੋਂ ਅਸੀਂ ਯਹੂਨਾ ਦੀ ਅੰਜੀਲ ਅਧਿਆਇ 14 ਵਚਨ 6 ਪੜ੍ਹਦੇ ਹਾਂ ਤਦ ਇਹ ਕਹਿੰਦਾ ਹੈ, ਯੀਸ਼ੂ ਨੇ ਉਹਨਾਂ ਨੂੰ ਆਖਿਆ, ਰਾਹ ਅਤੇ ਸੱਚਾਈ ਅਤੇ ਜੀਵਨ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾਂ ਪਿਤਾ ਦੇ ਕੋਲ ਨਹੀਂ ਆਉਂਦਾ। ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ। ਇਦੋਂ ਅੱਗੇ ਤੁਸੀਂ ਉਹਨੂੰ ਜਾਣਦੇ ਅਤੇ ਉਹਨੂੰ ਵੇਖ ਲਿਆ ਹੈ। ਫਿਲਿਪੁਸ ਨੇ ਉਹਨਾਂ ਨੂੰ ਆਖਿਆ, ਪ੍ਰਭੂ ਜੀ, ਪਿਤਾ ਦਾ ਸਾਨੂੰ ਦਰਸ਼ਨ ਕਰਾ ਤਾਂ ਸਾਨੂੰ ਤ੍ਰਿਪਤ ਆਊ। ਯੀਸ਼ੂ ਨੇ ਉਹਨੂੰ ਆਖਿਆ, ਫਿਲਿਪੁਸ, ਇੰਨੇ ਚਿਰ ਤੋਂ ਮੈਂ ਤੁਹਾਡੇ ਨਾਲ ਹਾਂ ਅਰ ਕਿ ਤੂੰ ਮੈਨੂੰ ਨਹੀਂ ਜਾਣਿਆ। ਜਿਨ ਮੈਨੂੰ ਵੇਖਿਆ ਉਹਨ ਪਿਤਾ ਨੂੰ ਵੇਖਿਆ ਹੈ। ਤੂੰ ਕਿਹਨੂੰ ਆਖਦਾ ਹੈ, ਭਾਈ ਸਾਨੂੰ ਪਿਤਾ ਦਾ ਦਰਸ਼ਨ ਕਰਾ। ਚੇਲੇ ਫਿਲਿਪੁਸ ਨੇ ਇਹ ਆਖਿਆ, ਹੇ ਪ੍ਰਭੂ, ਪਿਤਾ ਜੀ ਨੂੰ ਸਾਨੂੰ ਵਿਖਾ ਦੇ, ਇਹੀ ਸਾਡੇ ਲਈ ਬਹੁਤ ਹੈ। ਯੀਸ਼ੂ ਨੇ ਉੱਤਰ ਦਿੱਤਾ, ਹੇ ਫਿਲਿਪੁਸ, ਮੈਂ ਇੰਨੇ ਚਿਰ ਤੋਂ ਤੁਹਾਡੇ ਨਾਲ ਹਾਂ ਅਤੇ ਕਿ ਤੂੰ ਮੈਨੂੰ ਨਹੀਂ ਜਾਣਦਾ? ਫਿਲਿਪੁਸ ਨੇ ਪੁੱਛਿਆ, ਤੁਹਾਡੇ ਕਹਿਣ ਦਾ ਕੀ ਮਤਲਬ ਹੈ? ਯੀਸ਼ੂ ਨੇ ਆਖਿਆ, ਮੈਂ ਜੋ ਹੁਣ ਤੁਹਾਡੇ ਨਾਲ ਗੱਲਾਂ ਕਰ ਰਿਹਾ ਹਾਂ ਉਹੀ ਪਿਤਾ ਹਾਂ, ਹੈ ਨਾ? ਉਹਨਾਂ ਦੀ ਸੇਵਕਾਈ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਯੀਸ਼ੂ ਹੀ ਪਰਮੇਸ਼ਰ ਹਨ ਜਿਹੜੇ ਸਰੀਰ ਵਿੱਚ ਧਰਤੀ ਤੇ ਆਏ ਹਨ। ਕਈ ਪ੍ਰਕਾਰ ਦੇ ਲੋਕ ਜਿਨ੍ਹਾਂ ਵਿੱਚ ਨਿੰਦਿਆ ਕਰਨ ਵਾਲੇ, ਇੱਥੋਂ ਤੱਕ ਕਿ ਉਹਨਾਂ ਦੇ ਚੇਲੇ ਵੀ ਸੀ ਜਿਹੜੇ ਉਹਨਾਂ ਨੂੰ ਪਹਿਚਾਨਣ ਵਿੱਚ ਅਸਫਲ ਰਹੇ। ਇਸ ਲਈ ਯੀਸ਼ੂ ਨੇ ਇਹ ਕਹਿ ਕੇ ਉਹਨਾਂ ਦੇ ਪ੍ਰਤੀ ਆਪਣੀ ਚਿੰਤਾ ਅਤੇ ਦੁੱਖ ਪ੍ਰਗਟ ਕੀਤਾ, ਮੈਂ ਕਿੱਡਾ ਔਖਾ ਰਹਾਂਗਾ। ਹੁਣ ਆਓ ਅਸੀਂ ਮਰਕੁਸ ਅਧਿਆਇ 2 ਵਚਨ 3 ਵਿੱਚ ਪਰਮੇਸ਼ਰ ਦਾ ਵਚਨ ਦੇਖੀਏ। ਇੱਕ ਅਧਰੰਗੀ ਰੋਗੀ ਨੂੰ ਚੋਹ ਮਨੁੱਖਾਂ ਕੋਲੋਂ ਚੁਕਵਾ ਕੇ ਉਹਦੇ ਕੋਲ ਲਿਆਏ, ਅਰ ਜਾ ਉਹ ਭੀੜ ਕਰਕੇ ਉਹਦੇ ਨੇੜੇ ਨਾ ਆ ਸਕੇ ਤਾਂ ਉਹਨਾਂ ਉਸ ਛੱਤ ਵਿੱਚ ਜਿੱਥੇ ਉਹ ਸੀ ਮੋਗ ਦਿੱਤਾ ਅਤੇ ਜਾ ਉਸ ਨੂੰ ਉਧੇੜਿਆ ਤਾਂ ਉਸ ਮੰਜੀ ਨੂੰ ਜਿਹਦੇ ਉੱਤੇ ਉਹ ਅਧਰੰਗੀ ਪਿਆ ਸੀ ਉਤਾਰ ਦਿੱਤਾ। ਅਤੇ ਯੀਸ਼ੂ ਨੇ ਉਹਨਾਂ ਦੀ ਨੀਚਾ ਵੇਖ ਕੇ ਉਸ ਅਧਰੰਗੀ ਨੂੰ ਕਿਹਾ, ਹੇ ਪੁੱਤਰ, ਤੇਰੇ ਪਾਪ ਮਾਫ ਹੋਏ।
ਪਰ ਕਈ ਗ੍ਰੰਥੀ ਉੱਥੇ ਬੈਠੇ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ, ਭਾਈ ਇਹ ਕਿਉਂ ਇਸ ਤਰ੍ਹਾਂ ਬੋਲਦਾ ਹੈ, ਇਹ ਕੁਫਰ ਬਕਦਾ ਹੈ। ਇੱਕ ਪਰਮੇਸ਼ਰ ਦੇ ਬਿਨਾਂ ਹੋਰ ਕੌਣ ਪਾਪ ਮਾਫ ਕਰ ਸਕਦਾ ਹੈ। ਅਤੇ ਉਵੇਂ ਯਿਸੂ ਨੇ ਆਪਣੇ ਆਤਮਾ ਨਾਲ ਜਾਣ ਕੇ ਜੋ ਆਪਣੇ ਮਨਾਂ ਵਿੱਚ ਉਹ ਵਿਚਾਰ ਕਰਦੇ ਹਨ ਉਹਨਾਂ ਨੂੰ ਕਿਹਾ, ਤੁਸੀਂ ਕਹਾਨੂੰ ਆਪਣੇ ਮਨਾਂ ਵਿੱਚ ਅਜਿਹੇ ਵਿਚਾਰ ਕਿਉਂ ਕਰਦੇ ਹੋ? ਕਿਹੜੀ ਗੱਲ ਸੁਲੱਖੀ ਹੈ, ਇਸ ਅਧਰੰਗੀ ਨੂੰ ਇਹ ਕਹਿਣਾ ਜੋ ਤੇਰੇ ਪਾਪ ਮਾਫ ਹੋਏ, ਜਾਂ ਇਹ ਕਹਿਣਾ ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ? ਪਰ ਇਸ ਲਈ ਜੋ ਤੁਸੀਂ ਜਾਣੋ, ਭਾਈ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਇਖਤਿਆਰ ਹੈ। ਜੇਕਰ ਗ੍ਰੰਥੀਆਂ ਨੇ ਮਹਿਸੂਸ ਕੀਤਾ ਹੁੰਦਾ ਕਿ ਯਿਸੂ ਹੀ ਪਰਮੇਸ਼ਰ ਹਨ, ਤਦ ਕਿ ਉਹ ਕੁਦਰਤੀ ਰੂਪ ਨਾਲ ਉਹਨਾਂ ਦੇ ਵਚਨਾਂ ਨੂੰ ਜੋ ਤੇਰੇ ਪਾਪ ਮਾਫ ਹੋਏ ਸਵੀਕਾਰ ਨਾ ਕਰਦੇ। ਜਦ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਯਿਸੂ ਸਰਵਸ਼ਕਤੀਮਾਨ ਪਰਮੇਸ਼ਰ ਹਨ, ਤਦ ਉਹਨਾਂ ਨੇ ਮਨ ਹੀ ਮਨ ਸੋਚਿਆ, ਇਹ ਵਿਅਕਤੀ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰਦਾ ਹੈ? ਪਰ ਪਰਮੇਸ਼ਰ ਹੀ ਸਾਡੇ ਪਾਪਾਂ ਨੂੰ ਮਾਫ ਕਰ ਸਕਦੇ ਹਨ। ਇਹ ਤਰਖਾਣ ਯਿਸੂ ਨਾਸਰੀ ਕਿਵੇਂ ਕਹਿ ਸਕਦਾ ਹੈ ਕਿ ਤੇਰੇ ਪਾਪ ਮਾਫ ਹੋਏ? ਇਸ ਵਚਨ ਨੂੰ ਪੜ੍ਹ ਕੇ ਅਸੀਂ ਇੱਕ ਬਹੁਤ ਹੀ ਜ਼ਰੂਰੀ ਗੱਲ ਜਾਣ ਸਕਦੇ ਹਾਂ। ਭਾਵੇਂ ਯਿਸੂ ਸਰੀਰ ਵਿੱਚ ਇਸ ਧਰਤੀ ਤੇ ਆਏ, ਪਰ ਉਹ ਲੋਕ ਜਿਨ੍ਹਾਂ ਨੇ ਉਹਨਾਂ ਨੂੰ ਪਹਿਚਾਨਿਆ ਕਿ ਉਹ ਸਰਵਸ਼ਕਤੀਮਾਨ ਪਰਮੇਸ਼ਰ ਹਨ, ਇਹ ਕਹਿਣਾ ਬਹੁਤ ਕੁਦਰਤੀ ਹੈ, ਤੁਹਾਡੇ ਪਾਪ ਮਾਫ ਹੋਏ, ਕਿ ਯਿਸੂ ਦੇ ਕੋਲ ਇਸ ਤਰ੍ਹਾਂ ਦਾ ਅਧਿਕਾਰ ਨਹੀਂ ਹੈ। ਇਸ ਲਈ ਉਹਨਾਂ ਨੇ ਆਇਤ 10 ਵਿੱਚ ਕਿਹਾ, ਤੁਸੀਂ ਜਾਣ ਲਓ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਅਧਿਕਾਰ ਹੈ, ਕਿਉਂਕਿ ਸਿਰਫ ਪਰਮੇਸ਼ਰ ਹੀ ਸਾਡੇ ਪਾਪਾਂ ਨੂੰ ਮਾਫ ਕਰ ਸਕਦੇ ਹਨ। ਫਿਰ ਵੀ ਅਸੀਂ ਇਸ ਤੋਂ ਸਮਝ ਨਹੀਂ ਸਕਦੇ ਕਿ ਯਿਸੂ ਹੀ ਪਰਮੇਸ਼ਰ ਹਨ। ਹਾਲਾਂਕਿ ਉਸ ਸਮੇਂ ਦੇ ਲੋਕਾਂ ਨੇ ਇਹ ਸਵੀਕਾਰ ਨਹੀਂ ਕੀਤਾ ਕਿ ਯਿਸੂ ਹੀ ਪਰਮੇਸ਼ਰ ਹਨ, ਪਰ ਯਿਸੂ ਦੀਆਂ ਗੱਲਾਂ ਦਾ ਵਿਰੋਧ ਕਰਦੇ ਹੋਏ ਕਿਹਾ, ਸਿਰਫ ਪਰਮੇਸ਼ਰ ਹੀ ਉਹ ਕੰਮ ਕਰ ਸਕਦੇ ਹਨ। ਤੁਸੀਂ ਇਹ ਕਹਿਣ ਦੀ ਹਿੰਮਤ ਕਿਵੇਂ ਕੀਤੀ ਕਿ ਤੁਸੀਂ ਇਹ ਕਰ ਸਕਦੇ ਹੋ? ਕਿ ਤੁਸੀਂ ਕਲਪਨਾ ਕਰ ਸਕਦੇ ਹੋ ਯਿਸੂ ਇਹ ਸੋਚ ਕੇ ਕਿੰਨੇ ਪਰੇਸ਼ਾਨ ਹੋਏ ਹੋਣਗੇ, ਮੈਂ ਪੱਕੇ ਤੌਰ ਤੇ ਇਹ ਕਰ ਸਕਦਾ ਹਾਂ, ਪਰ ਤੁਸੀਂ ਕਿਉਂ ਦਾਅਵਾ ਕਰਦੇ ਹੋ ਕਿ ਮੈਂ ਨਹੀਂ ਕਰ ਸਕਦਾ? ਅੱਜ ਅਸੀਂ ਆਪਣੇ ਵਿਸ਼ਵਾਸ ਦੇ ਜੀਵਨ ਵਿੱਚ ਅਜਿਹੇ ਕਈ ਹਾਲਾਤ ਦੇਖਦੇ ਹਾਂ। ਸਾਡੇ ਪਰਮੇਸ਼ਰ ਸਰਵਵਿਆਪੀ ਅਤੇ ਸਰਵਸ਼ਕਤੀਮਾਨ ਹੈ। ਅਸੀਂ ਇਹ ਵੀ ਜਾਣਦੇ ਹਾਂ ਕਿ ਸਮਝ ਅਤੇ ਬੁੱਧੀ ਦੇ ਸਾਰੇ ਭੰਡਾਰ ਉਹਨਾਂ ਵਿੱਚ ਲੁਕੇ ਹੋਏ ਹਨ। ਜਦੋਂ ਪਰਮੇਸ਼ਰ ਨੇ ਉਹਨਾਂ ਲੋਕਾਂ ਨੂੰ ਦੇਖਿਆ ਜਿਨ੍ਹਾਂ ਨੇ ਇਹ ਜਾਣੇ ਬਿਨਾਂ ਕਿ ਉਹ ਕੌਣ ਹਨ, ਉਹਨਾਂ ਦੇ ਨਾਲ ਬੁਰਾ ਵਰਤਾਵ ਕੀਤਾ, ਤਾਂ ਉਹ ਕਿੰਨਾ ਦੁਖੀ ਹੋਏ ਹੋਣਗੇ। ਯਿਸੂ ਨੇ ਸ਼ਾਇਦ ਸੋਚਿਆ ਹੋਵੇਗਾ, ਜੇਕਰ ਨਵੇਂ ਨੇਮ ਦੀ ਖੁਸ਼ਖਬਰੀ ਦੀ ਅੱਗ ਸਾਰੇ ਸੰਸਾਰ ਵਿੱਚ ਲੱਗ ਜਾਂਦੀ ਤੇ ਸਾਰੇ ਸੱਚਾਈ ਨੂੰ ਸਵੀਕਾਰ ਕਰਦੇ, ਤਦ ਉਹ ਪਹਿਚਾਨ ਲੈਣਗੇ ਕਿ ਮੈਂ ਕੌਣ ਹਾਂ। ਭਾਵੇਂ ਉਹਨਾਂ ਦੇ ਕੋਲ ਪਾਪ ਮਾਫ ਕਰਨ ਦਾ ਅਧਿਕਾਰ ਹੈ, ਫਿਰ ਵੀ ਉਹਨਾਂ ਨੇ ਉਹਨਾਂ ਨੂੰ ਇਸ ਲਈ ਸਤਾਇਆ। ਭਾਵੇਂ ਉਹ ਪਰਮੇਸ਼ਰ ਹਨ ਜੋ ਸਰੀਰ ਵਿੱਚ ਆਏ ਸੀ, ਪਰ ਉਹਨਾਂ ਨੇ ਉਸ ਦਾ ਮਜ਼ਾਕ ਉਡਾਇਆ ਕਿਉਂਕਿ ਉਹਨਾਂ ਨੇ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ। ਉਹ ਕਿੰਨੇ ਔਖੇ ਹੋਏ ਹੋਣਗੇ। ਜਿਸ ਤਰ੍ਹਾਂ ਲੋਕ ਇਸ ਯੁੱਗ ਵਿੱਚ ਪਵਿੱਤਰ ਆਤਮਾ ਤੇ ਲਾੜੀ ਨੂੰ ਜਾਣਦੇ ਹਨ, ਉਹ ਉਸ ਤੋਂ ਅਲੱਗ ਨਹੀਂ ਹਨ ਜਿਵੇਂ 2000 ਸਾਲ ਪਹਿਲਾਂ ਯਿਸੂ ਨੂੰ ਸਮਝਦੇ ਸੀ। ਇਸ ਯੁੱਗ ਵਿੱਚ ਜਦੋਂ ਪਰਮੇਸ਼ਰ ਲੋਕਾਂ ਨੂੰ ਦੇਖਦੇ ਹਨ, ਤਦ ਉਹ ਕਿੰਨੇ ਔਖੇ ਹੋਣਗੇ। ਪਰਮੇਸ਼ਰ ਇਸ ਧਰਤੀ ਉੱਤੇ ਆਏ ਅਤੇ ਉਹਨਾਂ ਨੇ ਸਾਨੂੰ ਇਹ ਕਹਿੰਦੇ ਹੋਏ ਬਹੁਤ ਹਿੰਮਤ ਅਤੇ ਸ਼ਕਤੀ ਦਿੱਤੀ ਹੈ, ਜਾਓ ਅਤੇ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਪ੍ਰਚਾਰ ਕਰੋ। ਮੈਂ ਤੁਹਾਨੂੰ ਇਸ ਨੂੰ ਪੂਰਾ ਕਰਨ ਦੀ ਯੋਗਤਾ ਦਿਆਂਗਾ, ਜਦਕਿ ਪਰਮੇਸ਼ਰ ਨੇ ਪਹਿਲਾਂ ਤੋਂ ਹੀ ਸਾਨੂੰ ਇਹ ਵਾਅਦਾ ਅਤੇ ਮਿਸ਼ਨ ਦਿੱਤਾ ਹੈ। ਅਤੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਸੱਚਮੁੱਚ ਇਸ ਨੂੰ ਪੂਰਾ ਕਰ ਸਕਦਾ ਹਾਂ, ਕਿ ਇਹ ਸੰਭਵ ਵੀ ਹੈ। ਸਾਨੂੰ ਕਦੇ ਵੀ ਡੋਲਣਾ ਨਹੀਂ ਚਾਹੀਦਾ, ਨਾ ਹੀ ਪਰਮੇਸ਼ਰ ਦੇ ਵਚਨ ਉੱਤੇ ਸ਼ੱਕ ਕਰਨਾ ਚਾਹੀਦਾ ਹੈ। ਪਰਮੇਸ਼ਰ ਸਵਰਗ ਅਤੇ ਧਰਤੀ ਦੇ ਸਿਰਜਣਹਾਰ ਹਨ ਅਤੇ ਉਹ ਪੂਰੇ ਬ੍ਰਹਿਮੰਡ ਨੂੰ ਚਲਾਉਂਦੇ ਹਨ। ਫਿਰ ਉਹ ਪੱਕੇ ਤੌਰ ਤੇ ਧਰਤੀ ਨਾਮਕ ਛੋਟੇ ਗ੍ਰਹਿ ਉੱਤੇ ਹੋਣ ਵਾਲੀ ਹਰ ਚੀਜ਼ ਨੂੰ ਕਾਬੂ ਕਰ ਸਕਦੇ ਹਨ। ਜੇਕਰ ਨਹੀਂ, ਤਦ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਪਰਮੇਸ਼ਰ ਪੂਰੇ ਬ੍ਰਹਿਮੰਡ ਨੂੰ, ਜੋ ਸਾਡੀ ਕਲਪਨਾ ਤੋਂ ਪਰੇ ਦੁਨੀਆ ਹੈ, ਚਲਾਉਂਦੇ ਹਨ? ਬਾਈਬਲ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਦੀ ਨਜ਼ਰ ਵਿੱਚ ਅਸੀਂ ਸਾਰੇ ਜ਼ੀਰੋ ਹਾਂ, ਜਦਕਿ ਖੁਸ਼ਖਬਰੀ ਦਾ ਕੰਮ ਸਿਰਫ ਇਸ ਗਲੋਬਲ ਪਿੰਡ ਵਿੱਚ ਕੀਤਾ ਜਾ ਰਿਹਾ ਹੈ ਅਤੇ ਇਹ ਬੋਝ ਨਹੀਂ ਹੈ। ਫਿਰ ਪਰਮੇਸ਼ਰ ਕਹਿੰਦੇ ਹਨ, ਮੇਰੀ ਸੰਤਾਨੋ, ਤੁਸੀਂ ਇਸ ਛੋਟੇ ਜਿਹੇ ਕੰਮ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਜਦੋਂ ਤੁਸੀਂ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਖੁਸ਼ਖਬਰੀ ਦਾ ਪ੍ਰਚਾਰ ਪੂਰਾ ਕਰ ਲਵੋਗੇ ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੋਗੇ, ਤਦ ਕਿ ਸਵਰਗੀ ਸੈਨਾ ਅਤੇ ਸਵਰਗ ਦੂਤ ਤੁਹਾਨੂੰ ਆਦਰਯੋਗ ਸ਼ਾਹੀ ਯਾਜਕ ਬਣਨ ਦੇ ਯੋਗ ਨਹੀਂ ਸਮਝਣਗੇ। ਪਰਮੇਸ਼ਰ ਨੇ ਸਾਨੂੰ ਮਹਾਨ ਬ੍ਰਹਿਮੰਡ ਵਿੱਚ ਅਰਬਾਂ ਲੋਕਾਂ ਨੂੰ ਪ੍ਰਚਾਰ ਕਰਨ ਲਈ ਨਹੀਂ ਕਿਹਾ। ਪਰਮੇਸ਼ਰ ਦੀ ਕਿਰਪਾ ਕਰਕੇ ਉਹਨਾਂ ਨੇ ਸਾਨੂੰ ਸਿਰਫ ਇਸ ਛੋਟੀ ਜਿਹੀ ਧਰਤੀ ਉੱਤੇ, ਜੋ ਪਰਮੇਸ਼ਰ ਦੀ ਨਜ਼ਰ ਵਿੱਚ ਜ਼ੀਰੋ ਹੈ, ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਕਿਹਾ ਹੈ।
ਪਰ ਧਰਤੀ ਉੱਤੇ ਲੋਕ ਇਹ ਨਹੀਂ ਪਹਿਚਾਨਦੇ ਕਿ ਪਰਮੇਸ਼ਰ ਕੌਣ ਹਨ। ਉਹ ਪਰਮੇਸ਼ਰ ਦੀ ਸ਼ਕਤੀ ਨੂੰ ਨਹੀਂ ਸਮਝਦੇ, ਨਾ ਹੀ ਉਹ ਇਹ ਸਵੀਕਾਰ ਕਰਦੇ ਹਨ ਕਿ ਉਹ ਕੌਣ ਹਨ। ਜਦੋਂ ਪਰਮੇਸ਼ਰ ਨੇ ਆਖਿਆ ਕਿ ਉਹ ਸਾਨੂੰ ਪਾਪਾਂ ਦੀ ਮਾਫੀ ਦੇਣਗੇ, ਤਦ ਲੋਕਾਂ ਨੇ ਉੱਤਰ ਦਿੱਤਾ ਕਿ ਸੱਚਮੁੱਚ ਸਾਡੇ ਪਾਪ ਮਾਫ ਕੀਤੇ ਜਾਣਗੇ। ਜਦੋਂ ਪਰਮੇਸ਼ਰ ਨੇ ਕਿਹਾ ਪਵਿੱਤਰ ਆਤਮਾ ਹਾਸਿਲ ਕਰੋ, ਉਹਨਾਂ ਨੇ ਕਿਹਾ ਕਿ ਸੱਚਮੁੱਚ ਪਵਿੱਤਰ ਆਤਮਾ ਸਾਡੇ ਉੱਤੇ ਉਤਰੇਗਾ, ਜਦਕਿ ਉਹਨਾਂ ਦੇ ਇਹ ਕਹਿਣ ਤੋਂ ਬਾਅਦ ਵੀ ਉਹਨਾਂ ਨੇ ਉਸ ਨੂੰ ਨਹੀਂ ਪਹਿਚਾਨਿਆ। ਤੂੰ ਮੇਰੇ ਨਾਲ ਅੱਜ ਹੀ ਸਵਰਗ ਲੋਕ ਵਿੱਚ ਹੋਵੇਗਾ। ਇਸ ਲਈ ਲੋਕਾਂ ਨੇ ਉਹਨਾਂ ਦੇ ਵਚਨਾਂ ਨੂੰ ਵਿਅਰਥ ਅਤੇ ਬਕਵਾਸ ਮੰਨਿਆ। ਫਿਰ ਵੀ ਉਹਨਾਂ ਦੇ ਸੱਜੇ ਪਾਸੇ ਦਾ ਚੋਰ ਯੀਸ਼ੂ ਦੇ ਸਵਰਗ ਲੋਕ ਦੀ ਇਸ ਸ਼ਾਨਦਾਰ ਜਗ੍ਹਾ ਵਿੱਚ ਦਾਖਲ ਹੋਣ ਦੇ ਵਿੱਚ ਯੋਗ ਹੋ ਸਕਿਆ। ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ਪਵਿੱਤਰ ਆਤਮਾ ਦੇ ਯੁੱਗ ਵਿੱਚ ਖੁਸ਼ਖਬਰੀ ਸੁਣਾਉਂਦੇ ਸਮੇਂ ਸਾਡੇ ਕੋਲ ਕਿਸ ਤਰ੍ਹਾਂ ਦਾ ਵਿਸ਼ਵਾਸ ਹੋਣਾ ਚਾਹੀਦਾ ਹੈ ਤਾਂ ਜੋ ਖੁਸ਼ਖਬਰੀ ਦਾ ਬੂਹਾ ਵਿਆਪਕ ਰੂਪ ਨਾਲ ਖੁੱਲ ਜਾਵੇ। ਇੱਕ ਦਿਨ ਵਿੱਚ 3000 ਜਾਂ 5000 ਲੋਕਾਂ ਦੀ ਅਗਵਾਈ ਕਰਨਾ ਹੁਣ ਚਮਤਕਾਰ ਨਹੀਂ ਮੰਨਿਆ ਜਾਵੇਗਾ। ਇਸ ਦੇ ਬਜਾਏ ਇਹ ਇੱਕ ਰੋਜ਼ਾਨਾ ਘਟਨਾ ਹੋਵੇਗੀ। ਪਰਮੇਸ਼ਰ ਦੀਆਂ ਸੰਤਾਨਾਂ ਨੂੰ ਇਸ ਦਾ ਅਹਿਸਾਸ ਹੋਣਾ ਚਾਹੀਦਾ ਹੈ। ਲੋਕਾਂ ਦੀ ਸਮਝ ਵਿੱਚ ਕਮੀ ਅਤੇ ਪਰਮੇਸ਼ਰ ਨੂੰ ਪਹਿਚਾਨਣ ਵਿੱਚ ਅਸਫਲ ਹੋਣ ਕਰਕੇ ਪਰਮੇਸ਼ਰ ਬੇहद ਔਖਾ ਮਹਿਸੂਸ ਕਰਦੇ ਹਨ। ਆਓ ਅਸੀਂ ਲੂਕਾ ਅਧਿਆਇ 24 ਵਚਨ 13 ਵਿੱਚ ਪਰਮੇਸ਼ਰ ਦਾ ਵਚਨ ਦੇਖੀਏ। ਤਾਂ ਵੇਖੋ, ਉਸੇ ਦਿਨ ਉਹਨਾਂ ਵਿੱਚੋਂ 2 ਜਣੇ ਇਮਾਉਸ ਨਾਉ ਦੇ ਇੱਕ ਪਿੰਡ ਨੂੰ ਜਾਂਦੇ ਸਨ, ਜਿਹੜਾ ਯਰੂਸ਼ਲਮ ਤੋਂ 5 ਕੁ ਵਾਰ ਤੇ ਹੈ। ਸੋ ਉਹਨਾਂ ਗੱਲਾਂ ਦੇ ਵਿਖੇ ਜੋ ਬੀਤੀਆਂ ਸਨ, ਆਪੋ ਵਿੱਚ ਗੱਲਬਾਤ ਕਰਦੇ ਸਨ। ਤੇ ਐਂ ਹੋਇਆ ਕਿ ਜਾਂ ਉਹ ਗੱਲਬਾਤ ਅਰ ਚਰਚਾ ਕਰਦੇ ਸਨ ਤਾਂ ਯੀਸ਼ੂ ਆਪ ਨੇੜੇ ਆਣ ਕੇ ਉਹਨਾਂ ਦੇ ਨਾਲ ਤੁਰਿਆ ਗਿਆ, ਪਰ ਉਹਨਾਂ ਦੇ ਨੇਤਰ ਬੰਦ ਕੀਤੇ ਗਏ ਸਨ, ਭਾਈ ਉਹਨੂੰ ਨਾ ਸਿਆਣਨ। ਉਸਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਇਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ? ਤਾਂ ਉਹ ਉਦਾਸ ਹੋ ਕੇ ਖਲੋ ਗਏ। ਤਦ ਕਲਿਓਪਸ ਨਾਉ ਦੇ ਇੱਕ ਨੇ ਉਹਨੂੰ ਉੱਤਰ ਦਿੱਤਾ, ਭਲਾ ਤੂੰ ਇਕੱਲਾ ਯਰੂਸ਼ਲਮ ਵਿੱਚ ਅਪਰਾ ਹੈ ਅਤੇ ਅੱਜ ਕੱਲ੍ਹ ਕਿਹੜੀਆਂ ਵਰਤਾਂ ਉਸ ਵਿੱਚ ਬੀਤੀਆਂ ਹਨ ਨਹੀਂ ਜਾਣਦਾ ਹੈ? ਉਸਨੇ ਉਹਨਾਂ ਨੂੰ ਕਿਹਾ, ਕਿਹੜੀਆਂ ਵਾਰਤਾਂ? ਤਾਂ ਉਹਨਾਂ ਨੇ ਉਸ ਨੂੰ ਆਖਿਆ, ਯੀਸ਼ੂ ਨਾਸਰੀ ਦੇ ਵਿਖੇ, ਜਿਹੜਾ ਨਬੀ ਅਰ ਨਾਲੇ ਪਰਮੇਸ਼ਰ ਅਤੇ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਬਚਨ ਵਿੱਚ ਸਮਰਥ ਸੀ, ਔਰ ਕਿਸ ਤਰ੍ਹਾਂ ਪ੍ਰਧਾਨ ਜਾਜਕਾਂ ਅਤੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜਾਇਆ। ਪਰ ਸਾਨੂੰ ਇਹ ਆਸ ਸੀ, ਭਾਈ ਇਹ ਉਹ ਹੈ ਜੋ ਇਜ਼ਰਾਈਲ ਦਾ ਨਿਸਤਾਰਾ ਕਰੇ। ਇਹਨਾਂ ਸਭਨਾਂ ਗੱਲਾਂ ਤੋਂ ਬਾਅਦ ਇਸ ਮਾਜਰੇ ਬੀਤੇ ਨੂੰ ਅੱਜ 30 ਦਿਨ ਹੋ ਗਿਆ ਹੈ, ਪਰ ਸਾਡੇ ਵਿੱਚੋਂ ਕਈ ਤੀਵੀਆਂ ਨੇ ਵੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਉਹ ਤੜਕੇ ਕਬਰ ਤੇ ਗਈਆਂ ਅਤੇ ਜਾਂ ਉਹ ਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ, ਜੋ ਸਾਨੂੰ ਦੂਤਾਂ ਦਾ ਦਰਸ਼ਨ ਵੀ ਹੋਇਆ, ਜਿਨ੍ਹਾਂ ਨੇ ਆਖਿਆ ਭਾਈ ਉਹ ਜਿਉਂਦਾ ਹੈ। ਅਤੇ ਸਾਡੇ ਨਾਲ ਦਿਆਂ ਵਿੱਚੋਂ ਕਈ ਕੁ ਕਬਰ ਉੱਤੇ ਗਏ, ਅਰ ਜਿਹੋ ਜਿਹਾ ਤੀਵੀਆਂ ਨੇ ਕਿਹਾ ਸੀ ਇਹੋ ਜਿਹਾ ਪਾਇਆ, ਪਰ ਉਸ ਨੂੰ ਨਾ ਡਿੱਠਾ। ਯੀਸ਼ੂ ਕਿੰਨੇ ਔਖੇ ਹੋਏ ਹੋਣਗੇ। ਤਦ ਉਸਨੇ ਉਹਨਾਂ ਨੂੰ ਕਿਹਾ, ਹੇ ਬੇਸਮਝੋ, ਨਬੀਆਂ ਦੇ ਸਾਰਿਆਂ ਬਚਨਾਂ ਉੱਤੇ ਪ੍ਰਤੀਤ ਕਰਨ ਵਿੱਚ ਢਿੱਲਿਓ। ਜਦੋਂ ਯੀਸ਼ੂ ਲੂਕਾ ਅਤੇ ਕਲੂਪਾਸ ਨਾਉ ਦੇ ਆਪਣੇ 2 ਚੇਲਿਆਂ ਨਾਲ ਇਮਾਉਸ ਨਾਂ ਦੇ ਪਿੰਡ ਵੱਲ ਗਏ, ਤਦ ਉਹ ਦੁਖੀ ਹੋ ਗਏ ਤੇ ਕਿਹਾ, ਮੈਂ ਨਬੀਆਂ ਦੇ ਦੁਆਰਾ ਬਹੁਤ ਵਾਰ ਭਵਿੱਖਬਾਣੀਆਂ ਕੀਤੀਆਂ ਸੀ ਕਿ ਮੇਰਾ ਦੁੱਖ ਉਠਾ ਕੇ ਮਰਿਆ ਹੋਇਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਹੈ। ਹੇ ਬੇਸਮਝੋ, ਨਬੀਆਂ ਦੇ ਸਾਰਿਆਂ ਬਚਨਾਂ ਉੱਤੇ ਪ੍ਰਤੀਤ ਕਰਨ ਵਿੱਚ ਢਿੱਲਿਓ। ਆਓ ਅਸੀਂ ਆਇਤ 26 ਨੂੰ ਦੇਖਣਾ ਜਾਰੀ ਰੱਖੀਏ। ਮਸੀਹ ਨੂੰ ਜ਼ਰੂਰੀ ਨਾ ਸੀ ਕਿ ਇਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ਼ ਕਰੇ, ਅਤੇ ਮੂਸਾ ਅਰ ਸਭਨਾਂ ਨਬੀਆਂ ਤੋਂ ਸ਼ੁਰੂ ਕਰਕੇ ਉਸਨੇ ਉਹਨਾਂ ਨੂੰ ਉਹਨਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ। ਉਹ ਪਿੰਡ ਦੇ ਨੇੜੇ ਆਇਆ ਜਿੱਥੇ ਜਾਂਦੇ ਸਨ, ਔਰ ਉਸਨੇ ਅੱਗੇ ਵਧਣ ਨੂੰ ਕੀਤਾ। ਤਾਂ ਉਹਨਾਂ ਨੇ ਉਸ ਨੂੰ ਅਟਕਾ ਕੇ ਆਖਿਆ ਕਿ ਸਾਡੇ ਨਾਲ ਰਹੋ, ਕਿਉਂ ਜੋ ਸਾਂਝ ਪੈ ਗਈ ਅਤੇ ਹੁਣ ਦਿਨ ਲਹਿ ਚੱਲਿਆ ਹੈ। ਔਰ ਉਹ ਉਹਨਾਂ ਦੇ ਸੰਗ ਟਿਕਣ ਨੂੰ ਅੰਦਰ ਗਿਆ। ਇਹ ਹੋਇਆ ਕਿ ਜਾਂ ਉਹ ਉਹਨਾਂ ਦੇ ਨਾਲ ਪ੍ਰਸ਼ਾਦ ਛਕਣ ਨੂੰ ਬੈਠਾ ਤਾਂ ਉਸਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਹਨਾਂ ਨੂੰ ਫੜਾਈ। ਤਦ ਉਹਨਾਂ ਦੇ ਨੇਤਰ ਖੁੱਲ ਗਏ ਅਤੇ ਉਹਨਾਂ ਨੇ ਉਸ ਨੂੰ ਸਿਆਣ ਲਿਆ। ਉਹਨਾਂ ਦੇ ਨਾਲ ਰੋਟੀ ਤੋੜਨ ਤੱਕ ਉਹ ਯੀਸ਼ੂ ਨੂੰ ਨਹੀਂ ਪਹਿਚਾਨ ਸਕੇ, ਔਰ ਉਹ ਉਹਨਾਂ ਤੋਂ ਅਲੋਪ ਹੋ ਗਿਆ। ਤਾਂ ਉਹ ਇੱਕ ਦੂਜੇ ਨੂੰ ਆਖਣ ਲੱਗੇ, ਭਾਈ ਜਾਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲਦਾ ਸੀ, ਤਾਂ ਕਿ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ। ਜਿਵੇਂ ਪਰਮੇਸ਼ਰ ਨੂੰ ਪਹਿਚਾਨਣ ਵਾਲਿਆਂ ਦੇ ਕੋਲ ਅਜਿਹਾ ਜੋਸ਼ੀਲਾ ਮਨ ਸੀ, ਠੀਕ ਓਦਾਂ ਅਸੀਂ ਜਿਹੜੇ ਸਰੀਰ ਵਿੱਚ ਆਏ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਦੀ ਸੇਵਾ ਕਰਦੇ ਹਾਂ, ਸਾਡੇ ਅੰਦਰ ਜੋਸ਼ੀਲੇ ਮਨ ਹੋ ਸਕਦੇ ਹਨ। ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਨੂੰ ਜਾਣਨ ਅਤੇ ਨਾ ਜਾਣਨ ਵਿੱਚ ਕੀ ਫਰਕ ਹੈ? ਕੁਝ ਲੋਕ ਸਿਰਫ ਪਰਮੇਸ਼ਰ ਨੂੰ ਗਿਆਨ ਦੇ ਰੂਪ ਵਿੱਚ ਸਮਝਦੇ ਹਨ ਅਤੇ ਕੁਝ ਆਪਣੇ ਗਿਆਨ ਨੂੰ ਵਿਸ਼ਵਾਸ ਵਿੱਚ ਬਦਲ ਸਕਦੇ ਹਨ। ਭਾਵੇਂ ਹੀ ਪਰਮੇਸ਼ਰ ਸਰੀਰ ਵਿੱਚ ਆਏ ਅਤੇ ਸਥਾਈ ਰੂਪ ਵਿੱਚ ਸਵਰਗ ਦੂਤਾਂ ਤੋਂ ਨਿਚਲੇ ਰੂਪ ਵਿੱਚ ਬਣ ਗਏ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਰੀਰ ਨੇ ਉਹਨਾਂ ਨੂੰ ਸ਼ਕਤੀਹੀਨ ਕਰ ਦਿੱਤਾ। ਉਹ ਪਾਪਾਂ ਨੂੰ ਮਾਫ ਕਰ ਸਕਦੇ ਹਨ। ਸਵਰਗ ਅਤੇ ਧਰਤੀ ਦੇ ਉੱਪਰ ਆਪਣੇ ਅਧਿਕਾਰ ਨਾਲ ਉਹਨਾਂ ਨੇ ਆਪਣੇ ਸੱਜੇ ਪਾਸੇ ਚੋਰ ਨੂੰ ਕਿਹਾ,
ਜਿਹੜਾ ਮਰਨ ਵਾਲਾ ਸੀ। ਭਾਈ ਅੱਜ ਹੀ ਤੂੰ ਮੇਰੇ ਸੰਗ ਸਵਰਗ ਵਿੱਚ ਹੋਵੇਗਾ। ਇਹਨਾਂ ਆਸਾਨ ਸ਼ਬਦਾਂ ਤੋਂ ਉਹਨਾਂ ਨੇ ਚੋਰ ਲਈ ਮੁਕਤੀ ਦਾ ਰਾਹ ਖੋਲ ਦਿੱਤਾ। ਜੇਕਰ ਮਨੁੱਖ ਬਹੁਤ ਹੱਦ ਤੱਕ ਬਾਈਬਲ ਦਾ ਅਧਿਐਨ ਕਰਦੇ ਹੋਏ ਵੀ ਸਰੀਰ ਵਿੱਚ ਆਏ ਪਰਮੇਸ਼ਰ ਨੂੰ ਸਵੀਕਾਰ ਨਾ ਕਰੇ ਤਾਂ ਉਸ ਦੇ ਲਈ ਕੀ ਭਲਾ ਹੈ। ਉਹ ਗਿਆਨ ਤਾਂ ਰੱਖਦੇ ਹਨ ਪਰ ਪਰਮੇਸ਼ਰ ਤੇ ਵਿਸ਼ਵਾਸ ਨਾ ਕਰਨ ਦੀ ਮੂਰਖਤਾ ਕਰਦੇ ਹਨ। ਪਰਮੇਸ਼ਰ ਉਹ ਹਨ ਜਿਹੜੇ ਧਰਤੀ ਉੱਤੇ ਆ ਸਕਦੇ ਹਨ ਅਤੇ ਸਰੀਰ ਧਾਰਨ ਕਰਕੇ ਵੀ ਪਾਪਾਂ ਨੂੰ ਮਾਫ ਕਰ ਸਕਦੇ ਹਨ। ਮਸੀਹ ਇੱਕ ਸੌਖੇ ਤਰੀਕੇ ਨਾਲ ਗੱਲ ਕਰ ਸਕਦੇ ਸੀ, ਪਰ ਫਰੀਸੀਆਂ ਅਤੇ ਸਦੂਕੀਆਂ ਨੂੰ ਸਰੀਰ ਵਿੱਚ ਆਪਣੀ ਸ਼ਕਤੀਸ਼ਾਲੀ ਸਮਰਥ ਦਿਖਾਉਣ ਲਈ ਉਹਨਾਂ ਨੇ ਜ਼ਿਆਦਾ ਔਖੇ ਤਰੀਕੇ ਨਾਲ ਕਿਹਾ, ਤੇਰੇ ਪਾਪ ਮਾਫ ਹੋਏ। ਦੂਜੇ ਸ਼ਬਦਾਂ ਵਿੱਚ ਉਹਨਾਂ ਨੇ ਇਹ ਦੱਸਣ ਲਈ ਕਿ ਮਨੁੱਖ ਦੇ ਪੁੱਤਰ ਨੂੰ ਇਸ ਧਰਤੀ ਤੇ ਪਾਪ ਮਾਫ ਕਰਨ ਦਾ ਅਤੇ ਮਨੁੱਖ ਜਾਤੀ ਨੂੰ ਬਚਾਉਣ ਦਾ ਅਧਿਕਾਰ ਹੈ, ਇੱਕ ਅਜਿਹਾ ਔਖਾ ਤਰੀਕਾ ਚੁਣਿਆ। ਸਾਰੇ ਲੋਕੋ, ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਸ ਮਾਮਲੇ ਨੂੰ ਲੈ ਕੇ ਪਰਮੇਸ਼ਰ ਕਿੰਨੇ ਦੁਖੀ ਸੀ। ਸਾਨੂੰ ਇਹ ਗੱਲ ਕਿ ਪਰਮੇਸ਼ਰ ਸਵਰਗ, ਧਰਤੀ ਅਤੇ ਸਾਰੀਆਂ ਚੀਜ਼ਾਂ ਦੇ ਸਿਰਜਣਹਾਰ ਹਨ, ਵਿਸ਼ਵਾਸ ਦੇ ਬਿਨਾਂ ਗਿਆਨ ਦੇ ਰੂਪ ਵਿੱਚ ਨਹੀਂ ਮੰਨਣਾ ਚਾਹੀਦਾ। ਸਾਨੂੰ ਰਸੂਲ ਪਤਰਸ, ਯਹੂਨਾ, ਯਾਕੂਬ ਅਤੇ ਪੌਲੁਸ ਦੀ ਤਰ੍ਹਾਂ ਵਿਸ਼ਵਾਸ ਰੱਖਣਾ ਚਾਹੀਦਾ ਹੈ। ਜਦੋਂ ਪਰਮੇਸ਼ਰ ਸਾਡੇ ਨਾਲ ਹਨ ਅਤੇ ਸਾਨੂੰ ਸਮਰਥ ਦਿੰਦੇ ਹਨ ਤਦ ਦੁਨੀਆ ਤੋਂ ਡਰਨ ਦੀ ਕੀ ਗੱਲ ਹੈ। ਇਸ ਲਈ ਪਰਮੇਸ਼ਰ ਔਖੇ ਹੋ ਕੇ ਪੁੱਛਦੇ ਹਨ ਕਿ ਮੈਂ ਤੁਹਾਡੀ ਨਜ਼ਰ ਵਿੱਚ ਸ਼ਕਤੀਹੀਨ ਦਿਖਦਾ ਹਾਂ, ਕਿ ਮੈਂ ਉਸ ਪਰਮੇਸ਼ਰ ਦੀ ਤਰ੍ਹਾਂ ਦਿਸਦਾ ਹਾਂ ਜਿਹੜਾ ਤੁਹਾਨੂੰ ਪਾਪਾਂ ਦੀ ਮਾਫੀ ਵੀ ਨਹੀਂ ਦੇ ਸਕਦਾ। ਮੈਂ ਕਿੱਡਾ ਔਖਾ ਰਹਾਂਗਾ। ਯਿਸੂ ਨੇ ਇਮਾਉਸ ਦੇ ਮਾਰਗ ਵਿੱਚ ਦੋਨਾਂ ਚੇਲਿਆਂ ਨੂੰ ਪੁੱਛਿਆ, ਪਵਿੱਤਰ ਸ਼ਾਸਤਰ ਕੀ ਆਖਦਾ ਹੈ। ਨਬੀਆਂ ਦੀਆਂ ਸਭ ਗੱਲਾਂ ਉੱਤੇ ਵਿਸ਼ਵਾਸ ਕਰਨ ਵਿੱਚ ਬੇਸਮਝੋ ਕਿ ਇਹ ਨਹੀਂ ਕਹਿੰਦਾ ਹੈ ਕਿ ਪਰਮੇਸ਼ਰ ਨੂੰ ਤੀਸਰੇ ਦਿਨ ਮਰਿਆ ਹੋਇਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਹੈ। ਫਿਰ ਕੀ ਮਸੀਹ ਨੂੰ 3 ਦਿਨਾਂ ਵਿੱਚ ਮੁਰਦਿਆਂ ਵਿੱਚੋਂ ਦੁਬਾਰਾ ਜੀ ਉੱਠਣਾ ਨਹੀਂ ਹੋਣਾ। ਤੁਸੀਂ ਮੇਰੀ ਮੌਤ ਨੂੰ ਹੈਰਾਨ ਕਰ ਦੇਣ ਵਾਲੀ ਗੱਲ ਨੂੰ ਕਿਉਂ ਮੰਨਦੇ ਹੋ। ਤੁਹਾਨੂੰ ਕਿਉਂ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਸਾਡੇ ਬਾਰੇ ਕਹੀਏ ਤਾਂ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਪਰਮੇਸ਼ਰ ਹਨ ਜੋ ਬਾਈਬਲ ਵਿੱਚ ਲਿਖਿਆ ਸਭ ਕੁਝ ਪੂਰਾ ਕਰਦੇ ਹਨ। ਪਰਮੇਸ਼ਰ ਔਖੇ ਸੀ ਕਿਉਂਕਿ ਲੋਕਾਂ ਨੇ ਪਰਮੇਸ਼ਰ ਨੂੰ ਨਹੀਂ ਪਹਿਚਾਨਿਆ ਅਤੇ ਉਹਨਾਂ ਦੇ ਅਧਿਕਾਰ ਅਤੇ ਸ਼ਕਤੀ ਨੂੰ ਨਹੀਂ ਸਮਝਿਆ। ਪਹਿਲੇ ਚਰਚ ਦੇ ਸਮੇਂ ਵਿੱਚ ਮੰਦਭਾਗੇ ਹਾਲਾਤ ਅਕਸਰ ਹੋਏ ਜਦੋਂ ਕਿਸੇ ਨੇ ਵੀ ਪਰਮੇਸ਼ਰ ਦੀ ਸ਼ਕਤੀ ਨੂੰ ਨਹੀਂ ਸਮਝਿਆ ਜਾਂ ਉਹਨਾਂ ਨੂੰ ਨਹੀਂ ਪਹਿਚਾਨਿਆ। ਹਾਲਾਂਕਿ ਇੱਕ ਅਜਿਹੇ ਹਾਲਾਤ ਸੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਖੁਸ਼ ਕੀਤਾ। ਆਓ ਅਸੀਂ ਮੱਤੀ ਅਧਿਆਇ 16 ਵਚਨ 13 ਉੱਤੇ ਜਾਈਏ। ਯਿਸੂ ਨੇ ਕੈਸਰੀਆ ਫਿਲਿੱਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ, ਜੋ ਲੋਕ ਮਨੁੱਖ ਦੇ ਪੁੱਤਰ ਨੂੰ ਕੀ ਆਖਦੇ ਹਨ। ਉਹ ਬੋਲੇ, ਕਈ ਤਾਂ ਯਹੂਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਆ ਤੇ ਕਈ ਯਿਰਮੀਆ ਜਾਂ ਨਬੀਆਂ ਵਿੱਚੋਂ ਕੋਈ। ਇੱਥੋਂ ਤੱਕ ਕਿ 2 ਚੇਲੇ ਲੁੱਕਾ ਅਤੇ ਕਲਿਓਪਾਸ ਜੋ ਇਮਾਉਸ ਦੇ ਰਾਹ ਵਿੱਚ ਸੀ, ਉਹਨਾਂ ਨੇ ਯਿਸੂ ਨੂੰ ਇੱਕ ਨਬੀ ਦੇ ਰੂਪ ਵਿੱਚ ਵਰਣਨ ਕੀਤਾ ਜੋ ਸ਼ਬਦਾਂ ਅਤੇ ਕੰਮਾਂ ਵਿੱਚ ਸ਼ਕਤੀਸ਼ਾਲੀ ਸੀ। ਯਿਸੂ ਦੇ ਬਾਰੇ ਉਹਨਾਂ ਦੀ ਇਹ ਰਾਏ ਸੀ। ਆਓ ਅਸੀਂ ਵਚਨ 15 ਨਾਲ ਜਾਰੀ ਰੱਖੀਏ। ਉਸਨੇ ਉਹਨਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ। ਸ਼ਮੌਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜਿਉਂਦੇ ਪਰਮੇਸ਼ਰ ਦਾ ਪੁੱਤਰ ਹੈ। ਮੁਸ਼ਕਿਲਾਂ ਨਾਲ ਭਰੇ ਯਿਸੂ ਦੇ ਜੀਵਨ ਵਿੱਚ ਪਤਰਸ ਨੇ ਸਭ ਤੋਂ ਚੰਗਾ ਜਵਾਬ ਦਿੱਤਾ। ਆਓ ਅਸੀਂ ਵਚਨ 17 ਨਾਲ ਜਾਰੀ ਰੱਖੀਏ। ਯਿਸੂ ਨੇ ਉਹਨੂੰ ਉੱਤਰ ਦਿੱਤਾ, ਧੰਨ ਹੈ ਤੂੰ ਸ਼ਮੌਨ ਬਰ ਯੋਨਾ, ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪ੍ਰਗਟ ਕੀਤੀ। ਅਤੇ ਮੈਂ ਵੀ ਤੈਨੂੰ ਆਖਦਾ ਹਾਂ, ਜੋ ਤੂੰ ਪਤਰਸ ਹੈ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹਦੇ ਉੱਤੇ ਕੁਝ ਵਸ ਨਾ ਚੱਲੇਗਾ। ਮੈਂ ਸਵਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਸਵਰਗ ਵਿੱਚ ਬੰਨਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲੇਗਾ ਸਵਰਗ ਵਿੱਚ ਖੋਲਿਆ ਜਾਵੇਗਾ। ਆਪਣੇ ਮੂੰਹ ਅਤੇ ਬੁੱਲਾਂ ਤੋਂ ਅਸੀਂ ਕਹਿੰਦੇ ਹਾਂ ਪਰਮੇਸ਼ਰ ਸਰਵ ਵਿਆਪੀ ਅਤੇ ਸਰਵ ਸ਼ਕਤੀਮਾਨ ਹਨ, ਪਰ ਜਦੋਂ ਅਸੀਂ ਸੁਣਦੇ ਹਾਂ ਕਿ ਪਰਮੇਸ਼ਰ ਸਾਡੇ ਪਾਪਾਂ ਨੂੰ ਮਾਫ ਕਰਦੇ ਹਨ ਅਤੇ ਪਵਿੱਤਰ ਆਤਮਾ ਬਰਸਾਉਂਦੇ ਹਨ ਤਦ ਸਾਨੂੰ ਵਿਸ਼ਵਾਸ ਕਰਨਾ ਮੁਸ਼ਕਿਲ ਲੱਗਦਾ ਹੈ। ਲੋਕ ਸੋਚਦੇ ਹਨ ਜੇਕਰ ਪਰਮੇਸ਼ਰ ਪਵਿੱਤਰ ਆਤਮਾ ਬਰਸਾਉਂਦੇ ਹਨ ਤਦ ਸਾਨੂੰ ਆਪਣੇ ਦਿਲਾਂ ਵਿੱਚ ਇੱਕ ਝਰਨਾਹਟ ਜਾਂ ਸਨਸਨੀ ਮਹਿਸੂਸ ਹੋਣੀ ਚਾਹੀਦੀ ਹੈ, ਪਰ ਸਾਨੂੰ ਹਮੇਸ਼ਾ ਦੀ ਤਰ੍ਹਾਂ ਹੀ ਮਹਿਸੂਸ ਹੁੰਦਾ ਹੈ। ਭਾਵੇਂ ਪਰਮੇਸ਼ਰ ਕਹਿੰਦੇ ਹਨ ਪਵਿੱਤਰ ਆਤਮਾ ਤੁਹਾਡੇ ਉੱਤੇ ਬਰਸਾਇਆ ਗਿਆ ਹੈ, ਪਰ ਉਹ ਹੈਰਾਨੀ ਕਰਦੇ ਹਨ ਕਿ ਅਸੀਂ ਸੱਚਮੁੱਚ ਪਵਿੱਤਰ ਆਤਮਾ ਪਾਇਆ ਹੈ। ਜੇਕਰ ਇਹ ਵਚਨ ਪਵਿੱਤਰ ਆਤਮਾ ਦੇ ਯੁੱਗ ਦੀ ਬਾਈਬਲ ਵਿੱਚ ਲਿਖੇ ਜਾਂਦੇ ਕਿ ਪਵਿੱਤਰ ਆਤਮਾ ਤੁਹਾਡੇ ਉੱਤੇ ਬਰਸਾਇਆ ਗਿਆ ਹੈ, ਤਾਂ ਸਵਰਗੀ ਸਵਰਗਦੂਤ ਬਿਨਾਂ ਸ਼ੱਕ ਵਿਸ਼ਵਾਸ ਕਰਨਗੇ
ਕਿ ਪਰਮੇਸ਼ਰ ਨੇ ਉਸ ਦਿਨ ਅਤੇ ਉਸੇ ਘੜੀ ਪਵਿੱਤਰ ਆਤਮਾ ਦਿੱਤਾ ਸੀ। ਜੋ ਸੰਤਾਨ ਪਰਮੇਸ਼ਰ ਦੇ ਵਚਨ ਉੱਤੇ ਵਿਸ਼ਵਾਸ ਕਰਦੀ ਹੈ, ਉਹ ਪਵਿੱਤਰ ਆਤਮਾ ਪਾਉਣ ਤੋਂ ਬਾਅਦ ਸਾਮਰੀਆ ਅਤੇ ਧਰਤੀ ਦੇ ਬੰਨੇ ਤਿੱਕਰ ਉਤਸ਼ਾਹ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਦੀ ਹੈ। ਪਰ ਉਦੋਂ ਪਰਮੇਸ਼ਰ ਦੁਖੀ ਮਹਿਸੂਸ ਕਰਦੇ ਹਨ ਜਦੋਂ ਕੋਈ ਇਹ ਨਾ ਜਾਣਦੇ ਹੋਏ ਕਿ ਉਹਨਾਂ ਨੇ ਪਵਿੱਤਰ ਆਤਮਾ ਪਾਇਆ ਹੈ ਜਾਂ ਨਹੀਂ, ਸਿਰਫ ਇਸ ਲਈ ਆਮੀਨ ਕਹਿੰਦੇ ਹਨ ਕਿਉਂਕਿ ਬਾਕੀ ਸਾਰੇ ਕਹਿੰਦੇ ਹਨ। ਇਹ ਵਚਨ ਕਿਸ ਨੇ ਬੋਲੇ? ਪਰਮੇਸ਼ਰ ਨੇ ਬੋਲੇ, ਹੈ ਨਾ? ਸਾਧਾਰਨ ਗਿਆਨ ਅਤੇ ਬੁੱਧੀ ਨਾਲ ਬਦਲਿਆ ਹੋਇਆ ਵਿਸ਼ਵਾਸ 100% ਅਲੱਗ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਇਹ ਉਪਦੇਸ਼ ਸਾਨੂੰ ਪਿਛਲੇ ਹਫ਼ਤੇ ਦਿੱਤਾ ਗਿਆ ਸੀ ਅਤੇ ਉਹੀ ਉਪਦੇਸ਼ ਫਿਰ ਤੋਂ ਦਿੱਤਾ ਗਿਆ ਹੈ। ਫਿਰ ਵੀ ਕੁਝ ਮੈਂਬਰ ਹੁਣ ਤੱਕ ਪੂਰੀ ਤਰ੍ਹਾਂ ਨਹੀਂ ਜਾਣਦੇ ਕਿ ਪਰਮੇਸ਼ਰ ਕੌਣ ਹਨ, ਇਸ ਲਈ ਉਹ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਕਰ ਸਕਦੇ ਹਨ। ਪਰ ਜਿਹੜੇ ਪਰਮੇਸ਼ਰ ਨੂੰ ਜਾਣਦੇ ਹਨ ਉਹ ਇਸ ਤਰ੍ਹਾਂ ਨਹੀਂ ਸੋਚਦੇ। ਆਓ ਅਸੀਂ ਜਕਈ ਨਾਂ ਦੇ ਵਿਅਕਤੀ ਬਾਰੇ ਸੋਚੀਏ। ਜਦੋਂ ਪਰਮੇਸ਼ਰ ਨੇ ਆਖਿਆ ਕਿ ਉਹ ਉਸਦੇ ਘਰ ਆਉਣਗੇ, ਤਦ ਕਿ ਉਸਨੇ ਇਸ ਨੂੰ ਆਪਣੇ ਪਰਿਵਾਰ ਲਈ ਇੱਕ ਵੱਡਾ ਸਨਮਾਨ ਨਹੀਂ ਮੰਨਿਆ। ਮਰੀਅਮ ਬਾਰੇ ਕੀ? ਉਸਨੇ ਯੀਸ਼ੂ ਦੇ ਪੈਰਾਂ ਉੱਤੇ ਕੀਮਤੀ ਅਤੇ ਮਹਿੰਗਾ ਅਤਰ ਡੋਲ ਦਿੱਤਾ। ਯੀਸ਼ੂ ਦੇ ਪ੍ਰਤੀ ਉਸਦਾ ਵਰਤਾਵ ਕਿਉਂ ਇੰਨਾ ਇਮਾਨਦਾਰ ਸੀ? ਏਦਾਂ ਇਸ ਲਈ ਸੀ ਕਿਉਂਕਿ ਉਹ ਵਿਸ਼ਵਾਸ ਕਰਦੀ ਸੀ ਕਿ ਯੀਸ਼ੂ ਹੀ ਪਰਮੇਸ਼ਰ ਹਨ। ਕਿਉਂਕਿ ਪਰਮੇਸ਼ਰ ਸੰਸਾਰ ਨੂੰ ਬਚਾਉਣ ਲਈ ਧਰਤੀ ਤੇ ਆਏ ਤੇ ਸਾਨੂੰ ਸਾਡੀ ਮੁਕਤੀ ਲਈ ਕਈ ਮਿਸ਼ਨ ਦਿੱਤੇ। ਫਿਰ ਸਾਨੂੰ ਹਮੇਸ਼ਾ ਪਤਰਸ ਵਾਂਗ ਸਾਫ਼ ਜਵਾਬ ਦੇਣਾ ਚਾਹੀਦਾ ਹੈ, ਜਿਸ ਨੇ ਯੀਸ਼ੂ ਨੂੰ ਪਰਮੇਸ਼ਰ ਦੇ ਰੂਪ ਵਿੱਚ ਪਹਿਚਾਨਿਆ ਅਤੇ ਉਹਨਾਂ ਨੂੰ ਆਖਿਆ ਸੀ, ਹੇ ਪ੍ਰਭੂ, ਤੁਸੀਂ ਜਿਉਂਦੇ ਪਰਮੇਸ਼ਰ ਦੇ ਪੁੱਤਰ ਮਸੀਹ ਹੋ। ਆਓ ਅਸੀਂ ਯਹੂਨਾ ਅਧਿਆਇ 6 ਵਚਨ 65 ਪੜ੍ਹੀਏ। ਉਸਨੇ ਆਖਿਆ, ਇਸ ਕਾਰਨ ਮੈਂ ਤੁਹਾਨੂੰ ਆਖਿਆ ਹੈ ਕਿ ਕੋਈ ਮੇਰੇ ਕੋਲ ਨਹੀਂ ਆ ਸਕਦਾ ਜੇਕਰ ਇਹ ਪਿਤਾ ਦੀ ਵੱਲੋਂ ਉਸ ਨੂੰ ਬਖਸ਼ਿਆ ਨਾ ਗਿਆ ਹੋਵੇ। ਇਸ ਗੱਲ ਤੋਂ ਉਹਦੇ ਚੇਲਿਆਂ ਵਿੱਚੋਂ ਬਹੁਤੇ ਪਿਛਾਂਹ ਨੂੰ ਫਿਰ ਗਏ ਅਤੇ ਮੁੜ ਕੇ ਉਹਦੇ ਨਾਲ ਨਾ ਚੱਲੇ। ਪਰੰਤੂ ਯੀਸ਼ੂ ਨੇ ਉਹਨਾਂ 12 ਨੂੰ ਆਖਿਆ ਕਿ ਤੁਸੀਂ ਵੀ ਜਾਣਾ ਚਾਹੁੰਦੇ ਹੋ? ਸ਼ਮੌਨ ਪਤਰਸ ਨੇ ਉਹਨੂੰ ਉੱਤਰ ਦਿੱਤਾ, ਪ੍ਰਭੂ ਜੀ, ਅਸੀਂ ਕਿਸੇ ਦੇ ਕੋਲ ਜਾਈਏ? ਸਦੀਪਕ ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ, ਔਰ ਅਸਾਂ ਤਾਂ ਨਿਸ਼ਚਾ ਕੀਤੀ ਅਤੇ ਜਾਣਿਆ ਹੈ ਕਿ ਤੂੰ ਪਰਮੇਸ਼ਰ ਦਾ ਪਵਿੱਤਰ ਪੁਰਖ ਹੈ। ਯੀਸ਼ੂ ਨੇ ਉਹਨਾਂ ਨੂੰ ਅੱਗੇ ਆਖਿਆ ਕਿ ਮੈਂ ਤੁਸਾਂ 12 ਨੂੰ ਨਹੀਂ ਚੁਣਿਆ। ਜਦੋਂ ਯੀਸ਼ੂ ਨੇ ਕਿਹਾ ਕੋਈ ਮੇਰੇ ਕੋਲ ਨਹੀਂ ਆ ਸਕਦਾ ਜੇਕਰ ਇਹ ਪਿਤਾ ਦੀ ਵੱਲੋਂ ਉਹਨੂੰ ਬਖਸ਼ਿਆ ਨਾ ਗਿਆ ਹੋਵੇ, ਇਸ ਗੱਲ ਤੋਂ ਉਹਦੇ ਚੇਲਿਆਂ ਵਿੱਚੋਂ ਬਹੁਤੇ ਪਿਛਾਂਹ ਨੂੰ ਫਿਰ ਗਏ ਅਤੇ ਮੁੜ ਕੇ ਉਹਦੇ ਨਾਲ ਨਾ ਚੱਲੇ। ਜਿਨ੍ਹਾਂ ਨੇ ਉਹਨਾਂ ਦਾ ਪਾਲਣ ਕੀਤਾ ਉਹ ਬਸ ਸੋਚਦੇ ਸੀ ਕਿ ਉਹ ਯੀਸ਼ੂ ਹੋਰ ਲੋਕਾਂ ਤੋਂ ਅਲੱਗ ਹਨ। ਫਿਰ ਵੀ ਉਹ ਸਾਰੇ ਉਲਟੇ ਫਿਰ ਗਏ। ਜਦੋਂ ਯੀਸ਼ੂ ਦਾ ਪਾਲਣ ਕਰਨ ਦੀ ਗੱਲ ਆਂਦੀ ਹੈ ਤਦ ਸਮਰੱਥਾ ਦੀ ਗਿਣਤੀ ਕੋਈ ਮਾਇਨੇ ਨਹੀਂ ਰੱਖਦੀ, ਪਰ ਵਿਸ਼ਵਾਸ ਰੱਖਣਾ ਇਹ ਮਾਇਨੇ ਰੱਖਦਾ ਹੈ। ਪਤਰਸ ਨੇ ਆਖਿਆ, ਪ੍ਰਭੂ ਜੀ, ਅਸੀਂ ਕਿਹਦੇ ਕੋਲ ਜਾਈਏ? ਸਦੀਪਕ ਜੀਵਨ ਦੀਆਂ ਗੱਲਾਂ ਤਾਂ ਤੁਹਾਡੇ ਕੋਲ ਹਨ, ਅਸੀਂ ਤੁਹਾਨੂੰ ਕਦੇ ਨਹੀਂ ਛੱਡ ਸਕਦੇ। ਜਿਨ੍ਹਾਂ ਨੇ ਯੀਸ਼ੂ ਦੇ ਸੁਭਾਅ ਨੂੰ ਸਹੀ ਤਰ੍ਹਾਂ ਪਹਿਚਾਨਿਆ, ਉਹਨਾਂ ਨੇ ਸ਼ੁਰੂ ਤੋਂ ਹੀ ਕਿਰਪਾ ਨਾਲ ਭਰਪੂਰ ਆਪਣਾ ਵਿਸ਼ਵਾਸ ਬਣਾਈ ਰੱਖਿਆ। ਉਹਨਾਂ ਨੇ ਸੋਚਿਆ ਯੀਸ਼ੂ ਸਰਵਸ਼ਕਤੀਮਾਨ ਪਰਮੇਸ਼ਰ ਹਨ, ਜਿਨ੍ਹਾਂ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ। ਉਹ ਜੋ ਕੁਝ ਵੀ ਕਰਦੇ ਹਨ ਉਸ ਵਿੱਚ ਉਹਨਾਂ ਦੀ ਮਹਾਨ ਇੱਛਾ ਹੋਵੇਗੀ, ਇਸ ਲਈ ਮੈਂ ਪ੍ਰਾਣ ਦੇਣ ਤੱਕ ਉਹਨਾਂ ਦਾ ਪਾਲਣ ਕਰਾਂਗਾ। ਇਸ ਯੁੱਗ ਵਿੱਚ ਸਾਨੂੰ ਇਸ ਤਰ੍ਹਾਂ ਦੀ ਮਾਨਸਿਕਤਾ ਨੂੰ ਇੱਕ ਵਾਰ ਫਿਰ ਆਪਣੇ ਮਨਾਂ ਵਿੱਚ ਉਤਾਰਨਾ ਚਾਹੀਦਾ ਹੈ। ਸਾਨੂੰ ਉਹਨਾਂ ਯਹੂਦੀਆਂ ਦੇ ਉਦਾਹਰਨਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਯੀਸ਼ੂ ਦੀ ਨਿੰਦਿਆ ਕੀਤੀ ਅਤੇ ਯੀਸ਼ੂ ਨੂੰ ਨਹੀਂ ਪਹਿਚਾਨਿਆ, ਅਤੇ ਜਿਹੜੇ ਇੱਕ ਪਲ ਦੇ ਲਈ ਉਹਨਾਂ ਦੇ ਪਿੱਛੇ ਹੋ ਗਏ ਅਤੇ ਉਲਟੇ ਫਿਰ ਗਏ। ਦੂਜੇ ਸ਼ਬਦਾਂ ਵਿੱਚ, ਜਿਹੜੇ ਉਲਟੇ ਫਿਰ ਗਏ ਉਹ ਸੀ ਜਿਨ੍ਹਾਂ ਨੇ ਬਪਤਿਸਮਾ ਲਿਆ ਅਤੇ ਅੰਤ ਤੱਕ ਆਪਣਾ ਵਿਸ਼ਵਾਸ ਨਹੀਂ ਰੱਖਿਆ, ਜਿਨ੍ਹਾਂ ਨੇ ਪਰਮੇਸ਼ਰ ਨੂੰ ਦੁਖੀ ਕੀਤਾ। ਪਰਮੇਸ਼ਰ ਆਖਦੇ ਹਨ, ਜਦੋਂ ਤੁਸੀਂ ਦੌੜ ਪੂਰੀ ਕਰ ਲਵੋਗੇ ਤਾਂ ਤੁਸੀਂ ਸਵਰਗ ਦੇ ਵਡਿਆਈ ਭਰੇ ਰਾਜ ਨੂੰ ਦੇਖੋਗੇ। ਤੁਸੀਂ ਉਸ ਸ਼ਾਨਦਾਰ ਭਵਿੱਖ ਤੋਂ ਹੈਰਾਨ ਹੋਵੋਗੇ ਜਿਹੜਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਪ੍ਰਗਟ ਹੋਵੇਗਾ। ਇਸ ਅਸਥਾਈ ਅਤੇ ਪਾਪੀ ਸੰਸਾਰ ਵਿੱਚ ਮਗਨ ਹੋ ਕੇ ਤੁਸੀਂ ਕਿਵੇਂ ਆਸਾਨੀ ਨਾਲ ਸ਼ਾਨਦਾਰ ਮਹਿਮਾ ਨੂੰ ਦੂਰ ਸੁੱਟ ਸਕਦੇ ਹੋ? ਕਿ ਇਹ ਸਾਡੇ ਪਰਮੇਸ਼ਰ ਨਹੀਂ ਹਨ ਜੋ ਸਾਨੂੰ ਇਹ ਵਾਅਦਾ ਦਿੰਦੇ ਹਨ, ਪਰ ਉਹ ਨਾ ਤਾਂ ਪਰਮੇਸ਼ਰ ਨੂੰ ਪਹਿਚਾਨਦੇ ਹਨ, ਨਾ ਹੀ ਉਹਨਾਂ ਦੀ ਸ਼ਕਤੀ ਨੂੰ। ਉਹ ਪਰਮੇਸ਼ਰ ਦੀ ਸ਼ਕਤੀ ਨੂੰ ਮਹਿਸੂਸ ਨਹੀਂ ਕਰਦੇ ਜਿਹੜੇ ਸਭ ਕੁਝ ਪੂਰਾ ਕਰਨ ਵਿੱਚ ਸਮਰਥੀ ਹਨ। ਇਸ ਪਾਪ ਨਾਲ ਭਰੇ ਸੰਸਾਰ ਵਿੱਚ ਲੀਨ ਹੋਣ ਦਾ ਵਿਸ਼ਵਾਸਘਾਤੀ ਵਿਵਹਾਰ ਪਰਮੇਸ਼ਰ ਨੂੰ ਨਾ ਜਾਣਨ ਤੋਂ ਆਉਂਦਾ ਹੈ। ਸਾਨੂੰ ਕਦੇ ਵੀ ਉਹਨਾਂ ਲੋਕਾਂ ਦੇ ਮਾਰਗ ਨਹੀਂ ਚੱਲਣਾ ਚਾਹੀਦਾ ਜੋ 2000 ਸਾਲ ਪਹਿਲਾਂ ਰਹਿੰਦੇ ਸੀ, ਹੈ ਨਾ? ਇਹ ਲਿਖਿਆ ਗਿਆ ਸੀ, ਪਰਮੇਸ਼ਰ ਨੇ ਸਾਰੇ ਪਵਿੱਤਰ ਸ਼ਾਸਤਰ ਵਿੱਚੋਂ ਆਪਣੇ ਬਾਰੇ ਲਿਖੀਆਂ ਗੱਲਾਂ ਦਾ ਮਤਲਬ ਉਹਨਾਂ ਨੂੰ ਸਮਝਾ ਦਿੱਤਾ। ਫਿਰ ਯਸ਼ਾਇਆ ਦੀ ਕਿਤਾਬ ਅਧਿਆਇ 25 ਵਚਨ 6 ਦੇ ਦੁਆਰਾ ਆਓ ਅਸੀਂ ਦੇਖੀਏ ਕਿ ਬਾਈਬਲ ਇਸ ਯੁੱਗ ਵਿੱਚ ਪ੍ਰਗਟ ਹੋਣ ਵਾਲੇ ਪਰਮੇਸ਼ਰ ਬਾਰੇ ਕਿਵੇਂ ਸਾਖੀ ਦਿੰਦੀ ਹੈ। ਇਸੇ ਪਹਾੜ ਤੇ ਸੈਨਾ ਦਾ ਯਹੋਵਾ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦਾ ਦਾਊਦ ਕਰੇਗਾ
ਪੁਰਾਣੀਆਂ ਮੱਦਾਂ ਦੀ ਦਾਉਤ, ਗੁੱਦੇ ਸਣੇ ਮੋਟੀਆਂ ਵਸਤਾਂ, ਛਾਨੀਆਂ ਹੋਈਆਂ ਪੁਰਾਣੀਆਂ ਮੱਦਾਂ। ਅਤੇ ਇਸ ਪਹਾੜ ਤੇ ਉਸ ਪਰਦੇ ਨੂੰ ਝੱਫ ਲਵੇਗਾ, ਉਸ ਪਰਦੇ ਨੂੰ ਜਿਹੜਾ ਸਾਰਿਆਂ ਲੋਕਾਂ ਦੇ ਉੱਤੇ ਹੈ, ਨਾਲੇ ਉਸ ਕੱਜਰ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਟਕਦਾ ਹੈ। ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ ਅਤੇ ਪ੍ਰਭੂ ਯਹੋਵਾ ਸਾਰਿਆਂ ਦੇ ਮੂੰਹਾਂ ਉੱਤੋਂ ਹੰਝੂ ਪੂੰਝ ਸੁੱਟੇਗਾ ਤੇ ਆਪਣੀ ਪ੍ਰਜਾ ਦੀ ਬਦਨਾਮੀ ਨੂੰ ਸਾਰੀ ਧਰਤੀ ਉੱਤੋਂ ਦੂਰ ਕਰੇਗਾ, ਕਿਉਂਕਿ ਇਹ ਯਹੋਵਾ ਦਾ ਬੋਲ ਹੈ। ਉਸ ਦਿਨ ਆਖਿਆ ਜਾਵੇਗਾ, ਵੇਖੋ ਇਹ ਸਾਡਾ ਪਰਮੇਸ਼ਰ ਹੈ, ਅਸੀਂ ਉਹਨੂੰ ਉਡੀਕਦੇ ਸਾਂ ਅਤੇ ਉਹ ਸਾਨੂੰ ਬਚਾਵੇਗਾ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ, ਯਸ਼ਾਇਆ ਦੀ ਕਿਤਾਬ ਅਧਿਆਇ 25 ਸਟੀਕ ਰੂਪ ਨਾਲ ਸਾਡੇ ਪਰਮੇਸ਼ਰ ਦੀ ਗਵਾਹੀ ਦਿੰਦੀ ਹੈ, ਜਿਹੜੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਪ੍ਰਗਟ ਹੋਣਗੇ। ਉਹ ਕੌਣ ਹਨ? ਜਿਹੜੇ ਪੁਰਾਣੇ ਦਾਖਰਸ ਦੇ ਨਾਲ ਸਾਡੀ ਮੌਤ ਨੂੰ ਸਦਾ ਲਈ ਝੱਫ ਲਵੇਗਾ। ਬਾਈਬਲ ਕਹਿੰਦੀ ਹੈ, ਵੇਖੋ ਇਹ ਸਾਡਾ ਪਰਮੇਸ਼ਰ ਹੈ, ਅਸੀਂ ਉਹਨੂੰ ਉਡੀਕਦੇ ਸਾਂ ਅਤੇ ਉਹ ਸਾਨੂੰ ਬਚਾਵੇਗਾ। ਸਾਨੂੰ ਪਰਮੇਸ਼ਰ ਦੇ ਇਲਾਵਾ ਕਿਸੇ ਹੋਰ ਤੋਂ ਬਚਾਉਣ ਦੀ ਅਣਗਹਿਲੀ ਨਹੀਂ ਕਰਨੀ ਚਾਹੀਦੀ। ਬਾਈਬਲ ਵਿੱਚ ਪਰਮੇਸ਼ਰ ਦੇ ਵਚਨ ਦੇ ਦੁਆਰਾ ਅਸੀਂ ਇੱਕ ਵਾਰ ਫਿਰ ਇਸ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਮੁਕਤੀ ਸਿਰਫ ਸਾਡੇ ਪਰਮੇਸ਼ਰ ਤੇ ਨਿਰਭਰ ਕਰਦੀ ਹੈ, ਜਿਹੜੇ ਪੁਰਾਣੇ ਦਾਖਰਸ ਦੇ ਨਾਲ ਮੌਤ ਨੂੰ ਸਦਾ ਲਈ ਝੱਫਣ ਲਈ ਮਲਕੀ ਸਿਦਕ ਦੀ ਰੀਤੀ ਤੇ ਆਉਂਦੇ ਹਨ। ਇਮਾਉਸ ਦੇ ਰਾਹ ਤੇ ਦੋ ਚੇਲਿਆਂ ਨੂੰ ਵੀ ਯੀਸ਼ੂ ਨੇ ਸਾਰੇ ਪਵਿੱਤਰ ਸ਼ਾਸਤਰ ਵਿੱਚੋਂ ਆਪਣੇ ਬਾਰੇ ਲਿਖੀਆਂ ਗੱਲਾਂ ਦਾ ਮਤਲਬ ਸਮਝਾ ਦਿੱਤਾ। ਉਸ ਤੋਂ ਬਾਅਦ ਉਹਨਾਂ ਦੀਆਂ ਅੱਖਾਂ ਪਹਿਚਾਨਣ ਲਈ ਖੁੱਲ੍ਹ ਗਈਆਂ। ਉਹ ਕੌਣ ਹਨ ਜਿਹੜੇ ਸਾਨੂੰ ਨਵੇਂ ਨੇਮ ਦੇ ਫਸਾ ਦੀ ਰੋਟੀ ਅਤੇ ਦਾਖਰਸ ਦੇ ਕੇ, ਜਿਸ ਨੂੰ 325 ਈਸਵੀ ਵਿੱਚ ਮਿਟਾ ਦਿੱਤਾ ਗਿਆ ਸੀ, ਪਾਪਾਂ ਦੀ ਮਾਫੀ ਪ੍ਰਦਾਨ ਕੀਤੀ ਅਤੇ ਮੌਤ ਨੂੰ ਸਦਾ ਲਈ ਝੱਫ ਲਿਆ? ਕਿ ਉਹ ਮਸੀਹ ਆਨਸਾਹੋਂਗ ਜੀ ਨਹੀਂ ਹਨ? ਕਿ ਉਹ ਸਾਡੀ ਸਵਰਗੀ ਮਾਤਾ ਨਵੀਂ ਯਰੂਸ਼ਲਮ ਨਹੀਂ ਹੈ? ਹੁਣ ਆਤਮਾ ਤੇ ਲਾੜੀ ਸਾਨੂੰ ਮੁਕਤੀ ਵੱਲ ਲੈ ਕੇ ਜਾ ਰਹੇ ਹਨ। ਸਾਨੂੰ ਇਸ ਚਰਚ ਦੀ ਸਥਾਪਨਾ ਕਰਨ ਅਤੇ ਇਸ ਦੀ ਅਗਵਾਈ ਕਰਨ ਵਾਲੇ ਪਰਮੇਸ਼ਰ ਨੂੰ, ਇਸ ਚਰਚ ਦੀ ਸਾਰੀ ਸ਼ਕਤੀ ਅਤੇ ਅਧਿਕਾਰ ਦੇ ਸਰੋਤ ਅਤੇ ਕੇਂਦਰ ਦੇ ਰੂਪ ਵਿੱਚ ਮੰਨਣਾ ਚਾਹੀਦਾ ਹੈ। ਸਿਰਫ ਉਦੋਂ ਹੀ ਅਸੀਂ ਸਵੈ ਭਰੋਸੇ ਨਾਲ ਇਹ ਵਿਸ਼ਵਾਸ ਕਰ ਸਕਾਂਗੇ ਕਿ ਚਰਚ ਆਫ ਗੋਡ ਹੀ ਉਹ ਚਰਚ ਹੈ ਜਿਹੜਾ ਕਦੇ ਅਸਫਲ ਨਹੀਂ ਹੋਵੇਗਾ, ਬਲਕਿ ਅਨੰਤ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੇਗਾ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਅਧਿਆਇ 22 ਉੱਤੇ ਜਾਈਏ। ਅਧਿਆਇ 22 ਵਚਨ 17। ਆਤਮਾ ਤੇ ਲਾੜੀ ਆਖਦੀ ਹੈ, ਆਓ, ਅਤੇ ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਧਿਆਇਆ ਹੋਵੇ ਉਹ ਆਵੇ, ਅਤੇ ਜਿਹੜਾ ਚਾਹੇ ਜੀਵਨ ਦਾ ਜਲ ਮੁਫਤ ਲਵੇ। ਇਹਨਾਂ ਅੰਤਿਮ ਦਿਨਾਂ 'ਚ ਆਤਮਾ ਤੇ ਲਾੜੀ ਸਾਡੀ ਸਾਰਿਆਂ ਦੀ ਅਗਵਾਈ ਕਰਨ ਲਈ ਪ੍ਰਗਟ ਹੋਏ ਹਨ। ਪਵਿੱਤਰ ਆਤਮਾ ਤੇ ਲਾੜੀ ਜਿਸ ਚਰਚ ਦੀ ਅਗਵਾਈ ਕਰ ਰਹੇ ਹਨ, ਉਹ ਚਰਚ ਆਫ ਗੋਡ ਹੈ। ਭਾਵੇਂ ਜਿੰਨੀਆਂ ਮਰਜ਼ੀ ਮੰਦਭਾਗੀਆਂ ਅਫਵਾਹਾਂ ਚਰਚ ਆਫ ਗੋਡ ਨੂੰ ਨਸ਼ਟ ਕਰਨ ਲਈ ਕੋਸ਼ਿਸ਼ ਕਰਨ, ਕਿ ਉਹ ਸਫਲ ਹੋਣਗੀਆਂ? ਨਹੀਂ, ਚਰਚ ਆਫ ਗੋਡ ਕਦੀ ਨਹੀਂ ਮਿਟੇਗਾ। ਸਾਡੇ ਪਰਮੇਸ਼ਰ ਕੌਣ ਹਨ? ਮੁਸੀਬਤਾਂ ਦੇ ਵਿੱਚ ਪਰਮੇਸ਼ਰ ਚੁੱਪਚਾਪ ਇਸ ਖੁਸ਼ਖਬਰੀ ਦੇ ਕੰਮ ਨੂੰ ਸ਼ਕਤੀਸ਼ਾਲੀ ਰੂਪ ਨਾਲ ਅੱਗੇ ਵਧਾ ਰਹੇ ਹਨ। ਭਰਾਵੋ ਤੇ ਭੈਣੋ, ਇਹ ਦੇਖਣ ਲਈ ਕਿ ਅਸੀਂ ਕਿਸ ਮਾਨਸਿਕਤਾ ਨਾਲ ਇਸ ਖੁਸ਼ਖਬਰੀ ਦੇ ਕੰਮ ਨੂੰ ਕਰ ਰਹੇ ਹਾਂ, ਪਰਮੇਸ਼ਰ ਲਗਾਤਾਰ ਸਾਡੇ ਦਿਲਾਂ ਤੇ ਮਨਾਂ ਨੂੰ ਜਾਂਚਦੇ ਹਨ ਕਿ ਸਾਡੀ ਖੁਸ਼ਖਬਰੀ ਬਿਨਾਂ ਅਸਫਲਤਾ ਦੇ ਪੂਰੀ ਹੋਣ ਲਈ ਪੂਰਵ ਨਿਰਧਾਰਿਤ ਨਹੀਂ ਹੈ। ਜੇਕਰ ਅਸੀਂ ਇਸ ਮਾਮਲੇ ਨੂੰ ਸਮਝੇ ਬਿਨਾਂ ਆਪਣੀ ਖੁਸ਼ਖਬਰੀ ਯਾਤਰਾ ਸ਼ੁਰੂ ਕਰਦੇ ਹਾਂ, ਤਦ ਅਸੀਂ ਜਲਦੀ ਹੀ ਥੱਕ ਜਾਵਾਂਗੇ। ਜੇਕਰ ਅਸੀਂ ਇਹ ਨਾ ਸਮਝਦੇ ਹੋਏ ਕਿ ਪਰਮੇਸ਼ਰ ਉਹ ਹਨ ਜਿਹੜੇ ਇਸ ਖੁਸ਼ਖਬਰੀ ਦੀ ਅਗਵਾਈ ਕਰ ਰਹੇ ਹਨ, ਤਦ ਪਰਮੇਸ਼ਰ ਔਖੇ ਹੋਣਗੇ। ਸਾਡੇ ਪਰਮੇਸ਼ਰ ਸੱਚੇ ਪਰਮੇਸ਼ਰ ਹਨ, ਜਿਨ੍ਹਾਂ ਦੇ ਕੋਲ ਪਾਪਾਂ ਨੂੰ ਮਾਫ ਕਰਨ ਦਾ ਅਧਿਕਾਰ ਹੈ। ਜਦ ਉਹ ਕਹਿੰਦੇ ਹਨ ਤੇਰੇ ਪਾਪ ਮਾਫ ਹੋਏ, ਤੇ ਉਹਨਾਂ ਦਾ ਵਚਨ ਤੁਰੰਤ ਲਾਗੂ ਹੁੰਦਾ ਹੈ। ਜੇਕਰ ਉਹ ਕਹਿੰਦੇ ਹਨ ਮੈਂ ਪਵਿੱਤਰ ਆਤਮਾ ਦੀ ਸ਼ਕਤੀ ਤੁਹਾਡੇ ਉੱਤੇ ਬਰਸਾ ਦਿੱਤੀ ਹੈ, ਤਦ ਪੂਰੇ ਬ੍ਰਹਿਮੰਡ ਵਿੱਚ ਸਭ ਕੁਝ ਉਹਨਾਂ ਦੀ ਆਵਾਜ਼ ਤੇ ਪ੍ਰਤੀਕਿਰਿਆ ਕਰੇਗਾ। ਜਦੋਂ ਅਸੀਂ ਇਸ ਗੱਲ ਤੇ ਵਿਸ਼ਵਾਸ ਕਰੀਏ ਅਤੇ ਪਰਮੇਸ਼ਰ ਦੇ ਵਚਨਾਂ ਦਾ ਪਾਲਨ ਕਰੀਏ, ਤਦ ਕਿਸੇ ਵੀ ਰਾਹ ਤੇ ਨਤੀਜਾ ਕਿਰਪਾ ਨਾਲ ਭਰਪੂਰ ਅਤੇ ਸਫਲ ਹੋਵੇਗਾ। ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਯਿਸੂ ਹੀ ਪਰਮੇਸ਼ਰ ਹਨ। ਸਾਨੂੰ ਐਲੋਹਿਮ ਪਰਮੇਸ਼ਰ ਸਾਡੇ ਪਿਤਾ ਅਤੇ ਮਾਤਾ ਜੀ ਦੇ ਉੱਤੇ ਵੀ ਵਿਸ਼ਵਾਸ ਕਰਨਾ ਚਾਹੀਦਾ ਹੈ, ਜਿਹੜੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਮਲਕੀ ਸਿਦਕ ਦੀ ਰੀਤੀ ਤੇ ਆਏ ਹਨ। ਆਪਣੇ ਬਚੇ ਹੋਏ ਜੀਵਨ ਵਿੱਚ ਆਓ ਅਸੀਂ ਪਰਮੇਸ਼ਰ ਦੇ ਔਖੇ ਮਨ ਨੂੰ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਜੋ ਅਸੀਂ ਪਤਰਸ ਵਾਂਗ ਵਿਸ਼ਵਾਸ ਰੱਖ ਸਕੀਏ, ਜਿਹੜਾ ਪਰਮੇਸ਼ਰ ਨੂੰ ਰਾਹਤ ਦੇਣ ਅਤੇ ਹੌਸਲਾ ਦੇਣ ਵਿੱਚ ਕਾਮਯਾਬ ਸੀ। ਇਸ ਦੇ ਇਲਾਵਾ ਸਾਨੂੰ ਉਹ ਬਣਨਾ ਚਾਹੀਦਾ ਹੈ ਜੋ ਜਿੱਥੇ ਕਿਤੇ ਪਰਮੇਸ਼ਰ ਸਾਨੂੰ ਲੈ ਜਾਂਦੇ ਹਨ, ਉੱਥੇ ਉਹਨਾਂ ਦੇ ਪਿੱਛੇ ਹੋ ਲੈਂਦੇ ਹਨ। ਤੁਹਾਡਾ ਬਹੁਤ ਬਹੁਤ ਧੰਨਵਾਦ।